सो सतगुर माहे समाना एह बाणी जो जियों जाने तिस अंतर रवै हर नामा बाणी गुरु गुरु है बाणी विच बाणी अमृत सारे गुर बाणी कहे सेवक जन मान पर तख गुरु निस्तारै बाणी बिरलो विचारसी जे को गुरमुख होए एह बाणी महापुरख की निज कर वासा होए सारंग बाणी नाम देओ जी की एक ओंकार सतगुर प्रसाद काहे रे मन बिखिया बन जाए फूलो रे ठग मूरी खाए रहा जैसे मीन पानी में रहे काल जाल की सुध नहीं लहे जेहबा स्वादी लीलत लोहो ऐसे कनक कामणी बांध्यो मोह ज्यों मद माखी संचय अपार मदलीनो मुख दीनी शान गौ बाश का संचय खीर गला बांध दोह ले अहीर माया कारण
ਸ਼ਰਮ ਅਤ ਕਰੈ ਸੋ ਮਾਇਆ ਲੈ ਗਾਢੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਤਨ ਧਰਤੀ ਤਨ ਹੋਏ ਗਇਓ ਧੂੜ ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ ਸਾਧ ਸੰਗਤ ਕਬਹੂ ਨਹੀਂ ਕਰੈ ਕਹਿਤ ਨਾਮ ਦਿਓ ਤਾਚੀ ਆਨ ਨਿਰਭਉ ਹੋਏ ਭਜੀਐ ਭਗਵਾਨ ਕਹਿਤ ਨਾਮ ਦਿਓ ਤਾਚੀ ਆਨ ਨਿਰਭਉ ਹੋਏ ਭਜੀਐ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੰਗ ਰਾਗ ਅੰਦਰ ਭਗਤ ਬਾਣੀ ਦਾ ਇਹ ਸ਼ਬਦ ਜੋ 1252 ਅੰਗ ਤੇ ਦਰਜ ਹੈ, ਇਸ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਹਰਪਾਲ ਸਿੰਘ ਜੀ ਹੱਟ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। 3 ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਇਸ ਮਹੀਨੇ ਦੀ ਸੰਗਰਾਂਦ ਦੋ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਅੱਜ ਉਹਨਾਂ ਦੀ ਵਿਦਾਇਗੀ ਵੀ ਹੈ। ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਮਹੀਨੇ ਦੀ ਸੰਗਰਾਂਦ 16 ਤਰੀਕ ਨੂੰ ਹੈ। ਗੁਰਦੁਆਰਾ ਬਾਲਾ ਸਾਹਿਬ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਹਸਪੀਟਲ ਬਣ ਰਿਹਾ ਹੈ, 550 ਬਿਸਤਰਿਆਂ ਦਾ ਇਸ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਇਸ ਸੇਵਾ ਦੇ ਵਿੱਚ ਤਨ ਮਨ ਧਨ ਨਾਲ ਹਿੱਸਾ ਪਾਓ। ਆਪਣੀ ਮਾਇਆ ਆਪਣੀ ਕਾਇਆ ਸਫਲੀ ਕਰੋ। ਆਓ ਯਤਨ ਕਰੀਏ ਮਨੁੱਖਤਾ ਮਾਨਵਤਾ ਦੀ ਸੇਵਾ ਦਾ। ਇਹ ਵੱਡਾ ਅਸਥਾਨ ਹੋਵੇਗਾ ਦਿੱਲੀ ਵਿੱਚ, ਜਿੱਥੇ ਲੋੜਵੰਦ ਗਰੀਬਾਂ ਦੀ ਸਹਾਇਤਾ ਕੀਤੀ ਜਾ ਸਕੇਗੀ, ਉਹਨਾਂ ਦਾ ਇਲਾਜ ਕੀਤਾ ਜਾ ਸਕੇਗਾ। ਜੋ 550 ਬੱਚੇ ਅਡਾਪਟ ਕੀਤੇ ਜਾ ਰਹੇ ਹਨ, ਜੋੜਾ ਘਰ ਦੇ ਬਾਹਰ ਵਿਸ਼ੇਸ਼ ਡੈਕਸ ਕਾਊਂਟਰ ਬਣਿਆ, ਉੱਥੇ ਆਪ ਜੀ ਸੇਵਾ ਦੇ ਸਕਦੇ ਹੋ। ਅੱਜ ਤੋਂ ਵਲੰਟੀਅਰ ਸੇਵਾ ਵਾਸਤੇ ਜਿਨ੍ਹਾਂ ਨੇ ਆਪਣਾ ਨਾਮ ਲਿਖਾਇਆ ਹੈ ਵਲੰਟੀਅਰ ਗੁਰਦੁਆਰਾ ਬੰਗਲਾ ਸਾਹਿਬ, ਉਹਨਾਂ ਨੂੰ ਆਇਡੈਂਟੀ ਕਾਰਡ ਦਿੱਤੇ ਜਾਣਗੇ। ਜੋ ਜੈਕਟ ਹੈ ਉਹ ਬਣ ਰਹੀ ਹੈ। ਇਹ 2 ਪਹਿਚਾਨ ਹੋਣਗੀਆਂ ਉਸ ਸੇਵਾਦਾਰ ਦੀਆਂ ਕਿ ਉਸਨੇ ਜੈਕਟ ਪਾਈ ਹੋਈ ਹੈ, ਇੱਕ ਉਹਦੇ ਗਲ ਵਿੱਚ ਆਇਡੈਂਟੀ ਕਾਰਡ ਹੈ, ਤਾਂ ਕਿ ਕੋਈ ਵੀ ਸੰਗਤ ਦਾ ਪ੍ਰਾਣੀ ਪੂਰੀ ਜ਼ਿੰਮੇਵਾਰੀ ਨਾਲ ਉਸ ਵਿਅਕਤੀ ਨਾਲ ਕੋਈ ਵੀ ਗੱਲ ਕਰ ਸਕੇ, ਸਵਾਲ ਕਰ ਸਕੇ, ਪੁੱਛ ਸਕੇ, ਗਾਈਡੈਂਸ ਲੈ ਸਕੇ। ਸੋ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹ ਆਪਣੇ ਨਾਮ ਬਿਲਕੁਲ ਦਰਬਾਰ ਦੇ ਸਾਹਮਣੇ ਪਾਰਕਿੰਗ ਦੇ ਉੱਪਰ ਟੇਬਲ ਲੱਗਿਆ ਹੋਇਆ ਹੈ, ਉੱਥੇ ਸੇਵਾਦਾਰ ਬੈਠੇ ਨੇ, ਆਪਣਾ ਨਾਮ ਲਿਖਾ ਦਿਓ।
ਟੈਲੀਫੋਨ ਨੰਬਰ, ਆਪਣੀ ਫੋਟੋ, ਆਪਣੀ ਪਹਿਚਾਣ ਪੱਤਰ ਦੀ ਕਾਪੀ ਦੇ ਦਿਓ। ਆਓ ਸਾਰੇ ਰਲ ਮਿਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਘਰ ਦੀਆਂ ਖੁਸ਼ੀਆਂ ਲਈਏ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਹਿਬ ਜੀ। ਜੇ ਹੋਂ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਸ਼ਟੰਬਲ ਬੀਰਾ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਨਿਵਾਜੀ ਹੋਈ ਧਰਤੀ ਤੇ ਅਦਬ ਪਿਆਰ ਸਹਿਤ ਸਜੀ ਸਾਧ ਸੰਗਤ, ਗੁਰੂ ਹੁਕਮ ਜੋ ਲੜੀਵਾਰ ਸ਼ਬਦ ਵਿਚਾਰ ਵਿੱਚ ਸਤਿਗੁਰ ਜੀ ਦਾ ਸ਼ਬਦ ਹੈ, ਉਹ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਸੁਣਿਆ। ਸੁਮਤ ਮੰਗੀਏ ਸਾਹਿਬ ਦੇ ਪਾਸੋਂ ਸੋਝੀ ਰਹਾਓ ਦੀ ਪੰਕਤੀ ਹੈ, ਜਿੱਥੇ ਮਹਾਰਾਜ ਸਾਨੂੰ ਠਹਿਰਨ ਵਾਸਤੇ ਹੁਕਮ ਕਰ ਰਹੇ ਹੈ। ਸ਼ਬਦ ਦਾ ਕੇਂਦਰੀ ਭਾਵ ਸਾਨੂੰ ਸਮਝਾ ਰਹੇ ਹੈ ਤੇ ਬੜੇ ਹੀ ਪਿਆਰ ਨਾਲ ਸਾਡੇ ਮਨ ਨੂੰ ਮੁਖਾਤਬ ਹੁੰਦੇ ਹੈ ਵੀ ਮਨਾ ਕੁਰਾਹੇ ਕਿਉਂ ਪੈ ਗਿਆ? ਤੈਨੂੰ ਤੇ ਚੰਗਾ ਰਾਹ ਦੱਸਿਆ ਸੀ ਤੇ ਤੂੰ ਰਸਤਾ ਛੱਡ ਕੇ ਕੋਈ ਸਿੱਧਾ ਤੁਰਿਆ ਜਾਂਦਾ, ਜੀਟੀ ਰੋਡ ਛੱਡ ਕੇ ਕਿਨਾਰੇ ਦੀਆਂ ਖੱਡਾਂ ਚੋਂ ਦੀ ਤੁਰਨ ਲੱਗ ਪਏ ਤੇ ਵੇਖਣ ਵਾਲਾ ਜ਼ਰੂਰ ਕਹੇਗਾ ਵੀ ਕਮਲਾ ਹੋ ਗਿਆ। ਤੇਰੀ ਸੁਵਿਧਾ ਵਾਸਤੇ ਤੇ ਥਾਂ ਥਾਂ ਤੇ ਬੋਰਡ ਲਾਏ ਸੀ, ਲਿਖਿਆ ਸੀ ਆਹ ਸਿੱਧਾ ਰਸਤਾ ਹੈ। ਇਸ ਮਾਰਗ ਤੇ ਸਤਿਗੁਰੂ ਜੀ ਨੇ ਸਾਨੂੰ ਵੀ ਲਿਖ ਕੇ ਦਿੱਤਾ ਵੀ ਆਹ ਸਿੱਧਾ ਰਸਤਾ ਹੈ, ਤੇ ਅਸੀਂ ਸਤਿਗੁਰੂ ਜੀ ਦਾ ਲਿਖਿਆ ਹੋਇਆ ਛੱਡ ਕੇ ਕਿਹਦੇ ਪਿੱਛੇ ਲੱਗ ਕੇ ਕੁਰਾਹੇ ਪੈ ਗਏ? ਤੋ ਬੜੇ ਹੀ ਪਿਆਰ ਨਾਲ ਹਜ਼ੂਰ ਸਾਡੇ ਮਨ ਨੂੰ ਮੁਖਾਤਬ ਹੋ ਕੇ ਸਮਝਾ ਰਹੇ ਹੈ। ਕਾਏ ਰੇ ਮਨ ਵਿਖਿਆ ਬਨ ਜਾਏ। ਜਿਸ ਬਣ ਦੇ ਅੰਦਰ ਕੇਵਲ ਜ਼ਹਿਰ ਰੱਤੇ ਫੁੱਲ ਉੱਗੇ ਹੋਏ ਆ, ਪ੍ਰਭਾਵਿਤ ਜ਼ਰੂਰ ਕਰਦੇ ਆ। ਉੱਥੋਂ ਦੀ ਹਰਿਆਵਲ, ਉੱਥੋਂ ਦੀ ਰੌਣਕ, ਉੱਥੋਂ ਦੇ ਫੁੱਲ ਪ੍ਰਭਾਵਿਤ ਜ਼ਰੂਰ ਕਰਦੇ ਆ, ਪਰ ਉਹਨਾਂ ਪੌਦਿਆਂ ਨੂੰ ਜ਼ਹਿਰ ਦਾ ਫਲ ਲੱਗਾ ਹੋਇਆ ਹੈ, ਜਿਹਨੂੰ ਮਿੱਠਾ ਕਰਕੇ ਖਾ ਰਿਹਾ ਨਾ ਤੂੰ, ਜਿਹਦੇ ਵਿੱਚੋਂ ਤੈਨੂੰ ਰਸ ਹੁੰਦਾ ਹੈ, ਤੇਰੀਆਂ ਅੱਖਾਂ ਨੂੰ ਪ੍ਰਭਾਵਿਤ ਕਰਦਾ ਸਾਰਾ ਕੁਝ, ਉਹਦੀ ਤਾਸੀਰ ਜ਼ਹਿਰ ਵਾਲੀ ਹੈ ਤੇ ਤੂੰ ਨਾ ਉਸ ਪਾਸੇ ਜਾ। ਕਿਉਂ ਜਾ ਰਿਹਾ ਮਨਾ? ਭੁੱਲੋ ਰੇ ਠੱਗ ਮੂਰੀ ਖਾਏ। ਇੱਕ ਐਸੀ ਬੂਟੀ ਜਦੋਂ ਰਸਾਇਣਿਕ ਪਦਾਰਥ ਨਹੀਂ ਸੀ ਹੁੰਦੇ ਤੇ ਕਿਸੇ ਨੂੰ ਛਲਣ ਵਾਲੇ ਲੋਕ ਧੋਖੇ ਦੇ ਨਾਲ ਕਪਟ ਕਰਕੇ ਚੀਜ਼ ਆਪਣੇ ਵੱਲੋਂ ਚੰਗੀ ਕਰਕੇ ਖਾ ਰਿਹਾ ਸੀ, ਤੇ ਅਸਲ ਵਿੱਚ ਉਹ ਬੂਟੀ ਐਸੀ ਕਿ ਜਿਹੜੀ ਬੇਹੋਸ਼ ਕਰਦੇ, ਕਮਲਿਆਂ ਕਰਦੇ, ਬੁੱਧ ਮਤ ਮਾਰਦੇ, ਤੇ ਮਨੁੱਖੇ ਠੱਗ ਫਿਰ ਜਿਹੜਾ ਸੱਜਣ ਬਣ ਕੇ ਖਵਾ ਰਿਹਾ ਹੁੰਦਾ ਸੀ ਉਹ ਲੁੱਟ ਲੈਂਦਾ ਸੀ, ਠੱਗ ਲੈਂਦਾ ਸੀ। ਚੋਰੀ ਕਰਨੀ ਹੋਰ ਚੀਜ਼ ਹੁੰਦੀ, ਠੱਗੀ ਕਰਨੀ ਹੋਰ ਚੀਜ਼ ਹੁੰਦੀ ਸੀ। ਚੋਰੀ ਛੁਪ ਕੇ ਕੀਤੀ ਜਾਂਦੀ ਸੀ, ਠੱਗੀ ਸੱਜਣ ਬਣ ਕੇ ਕੀਤੀ ਜਾਂਦੀ ਸੀ। ਤੋ ਸੱਜਣ ਬਣ ਕੇ ਠੱਗਣ ਵਾਲਾ ਚੰਗੀ ਚੀਜ਼ ਖਵਾ ਰਿਹਾ। ਅੱਜ ਵੀ ਹੁੰਦਾ ਨਾ ਜੀ, ਟ੍ਰੇਨ 'ਚ ਸਫ਼ਰ ਕਰਦੇ ਕਹਿੰਦੇ ਜੀ ਬਿਸਕੁਟ ਲੈ ਲਓ, ਆ ਲਓ ਜੀ ਤੁਸੀਂ ਵੀ ਚਾਹ ਪੀ ਲਓ। ਤੇ ਕਈ ਵਾਰੀ ਮਨੁੱਖ ਠੱਗੇ ਜਾਂਦੇ ਆ ਵੀ ਉਹਦੇ ਵਿੱਚ ਕੋਈ ਨਾ ਕੋਈ ਐਸਾ ਰਸਾਇਣ ਪਾਇਆ ਹੁੰਦਾ ਕਿ ਮਨੁੱਖ ਰਮਲਾ ਕਮਲਾ ਹੋ ਜਾਂਦਾ, ਬੇਹੋਸ਼ ਹੋ ਜਾਂਦਾ, ਸੁਰਤ ਮਾਰੀ ਜਾਂਦੀ ਹੈ ਕੁਝ ਸਮੇਂ ਲਈ। ਤੇ ਠੱਗਣ ਵਾਲਾ ਠੱਗ ਜਿਹੜਾ ਸੱਜਣ ਬਣ ਕੇ ਚੰਗੀ ਚੀਜ਼ ਦੇ ਰਿਹਾ ਸੀ,
ਅਸੀਂ ਚਾਹ ਸਮਝ ਕੇ, ਮਿੱਠਾ ਸਮਝ ਕੇ, ਫਾਇਦੇਮੰਦ ਚੀਜ਼ ਸਮਝ ਕੇ ਖਾਧੀ ਪੀਤੀ ਤੇ ਬਾਅਦ ਵਿੱਚ ਪਤਾ ਲੱਗਿਆ ਅਸੀਂ ਠੱਗੇ ਗਏ ਹਾਂ। ਗੁਰੂ ਸਾਹਿਬ ਕਹਿੰਦੇ ਤੂੰ ਠੱਗਿਆ ਜਾ ਰਿਹਾ, ਮਤਲਬ ਕਿ ਤੂੰ ਚੰਗਾ ਸਮਝ ਰਿਹਾ ਤੇ ਹਕੀਕਤ 'ਚ ਤੇਰੇ ਲਈ ਚੰਗਾ ਨਹੀਂ ਆ। ਤੇ ਮਨਾ ਕਿਉਂ ਵਿਖਿਆ ਰਸ ਵਾਲੇ ਪਾਸੇ ਤੁਰਿਆ ਹੋਇਆ। ਅੱਜ ਜੋ ਹਜ਼ੂਰ ਨੇ ਹੁਕਮ ਬਖਸ਼ਿਸ਼ ਕੀਤਾ ਹੈ ਉਹ ਵੀ ਇਦਾਂ ਹੀ ਮਨ ਰੇ ਕੌਣ ਕੋ ਮਤ ਤੈ ਲੀਨੀ। ਕਿੱਥੋਂ ਇਹ ਮਾੜੀ ਮਤ ਗ੍ਰਹਿਣ ਕਰ ਲਈ ਪਈ? ਜਿਹੜੇ ਪਾਸਿਓਂ ਤੈਨੂੰ ਰੋਕਿਆ ਸੀ ਉਸੇ ਪਾਸੇ ਤੂੰ ਭੱਜ ਭੱਜ ਜਾ ਰਿਹਾ। ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਤਾਇਆ। ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਕੁਰਾਹੇ ਮੈਂ ਪਿਆ ਤੇ ਦੁੱਖ ਮੈਨੂੰ ਆਉਣੇ ਆ, ਗੁਨਾਹ ਮੈਂ ਕੀਤੇ ਆ ਤੇ ਫਾਹੀ ਮੈਨੂੰ ਪੈਣੀ ਹੈ। ਵਾਹਿਗੁਰੂ ਜੀ ਨੂੰ ਦੋਸ਼ ਨਾ ਦੇ ਕੇ ਉਹਨੇ ਮੇਰਾ ਮਾੜਾ ਕਰ ਦਿੱਤਾ, ਉਹਨੇ ਮੇਰਾ ਬੁਰਾ ਕਰ ਦਿੱਤਾ। ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਸ ਵਾਸਤੇ ਸੱਜਣਾ ਗੁਰ ਕੀ ਮਤ ਤੂੰ ਲੈ ਆਣੇ। ਮਨ ਰੇ ਕੌਣ ਕੋ ਮਤ ਤੈ ਲੀਨੀ। ਕਾਏ ਰੇ ਮਨ ਵਿਖਿਆ ਬਨ ਜਾਏ। ਕਿਉਂ ਜਾ ਰਹੇ ਹੈ? ਆ ਸਤਿਗੁਰੂ ਬੋਲ ਰਹੇ ਨੇ, ਹਾਜ਼ਰ ਨਾਜ਼ਰ ਪ੍ਰਤੱਖ ਬੈਠੇ ਆ ਤੇ ਸਤਿਗੁਰੂ ਨੂੰ ਪੁੱਛ ਕੇ ਮਾਰਗ ਤੇ ਤੁਰ। ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਆ ਪੁੱਛੀਏ ਸਤਿਗੁਰੂ ਜੀ ਨੂੰ, ਜੋ ਗੁਰ ਕਹੈ ਸੋਈ ਭਲ ਮੰਨੋ। ਜੋ ਸਤਿਗੁਰੂ ਬੋਲ ਰਿਹਾ ਤੂੰ ਮੰਨਣਾ ਸ਼ੁਰੂ ਕਰ ਦੇ ਭਾਈ। ਸਿੱਧੇ ਰਾਹ ਤੁਰ ਪਏਗੀ ਜ਼ਿੰਦਗੀ ਤੇਰੀ, ਗੱਡੀ ਤੇ ਆ ਜਾਏਗੀ, ਲੀਹ ਤੇ ਆ ਜਾਏਗੀ ਭਾਈ। ਗੁਰਬਾਣੀ ਕਹੈ, ਆ ਰਿਸ਼ਤਾ ਹੈ ਸਿੱਖ ਦਾ ਜੀ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਤੇ ਫਿਰ ਪ੍ਰਗਟ ਪ੍ਰਤੱਖ, ਕੋਈ ਗੁੱਜੀ ਛਿੰਨੀ ਗੱਲ ਨਹੀਂ। ਪ੍ਰਤੱਖ ਗੁਰੂ ਨਿਸਤਾਰੇ, ਕਿਸੇ ਨੇ ਨਹੀਂ ਨਿਸਤਾਰਾ ਕਰਨਾ ਸਾਡਾ। ਗੁਰੂ ਦੀ ਗੱਲ ਮੰਨ, ਗੁਰੂ ਨਿਸਤਾਰਾ ਕਰੇਗਾ। ਅਸੀਂ ਬਹੁਤਿਆਂ ਦੇ ਪਿੱਛੇ ਭਟਕਣ ਲੱਗ ਪਏ, ਸ਼ਾਇਦ ਕੋਈ ਨਿਸਤਾਰਾ ਕਰ ਦੇ। ਮਹਾਰਾਜ ਨੇ ਤਰਸ ਕੀਤਾ ਸਾਡੇ ਤੇ। ਇਸ ਮਨੁੱਖਤਾ ਉੱਤੇ ਵੱਡਾ ਕਰਮ ਹੈ, ਰੱਬੀ ਰਹਿਮਤ ਹੈ ਕਿ ਬਾਣੀ ਦੀ ਟੇਕ ਇਸ ਸੰਸਾਰ ਦੇ ਕੋਲ ਹੈ। ਜਿਹੜਾ ਲੈ ਲੈਂਦਾ ਸੋਝੀ, ਉਹਦੇ ਭਾਈ ਸੁਰਖਰੂ ਹੋ ਜਾਂਦਾ, ਬਿਲਕੁਲ ਸੁਰਖਰੂ ਹੋ ਜਾਂਦਾ, ਨਿਸ਼ਚਿੰਤ ਹੋ ਜਾਂਦਾ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਉਹ ਨਿਸ਼ਚਿੰਤ ਹੋ ਜਾਂਦਾ, ਕੋਈ ਚਿੰਤਾ ਨਹੀਂ। ਬਸ ਮੈਂ ਸਿੱਧੇ ਤੇਰੇ ਰਾਹ ਤੇ ਤੁਰ ਪਿਆ ਤੇ ਜਿਹਨੇ ਗਾਈਡੈਂਸ ਦਿੱਤੀ ਹੈ ਹੁਣ ਉਹਨੂੰ ਫਿਕਰ ਹੈ। ਇਸ ਸੰਸਾਰ ਦੇ ਉੱਤੇ ਵੱਡਾ ਤਰਸ ਹੈ ਵਾਹਿਗੁਰੂ ਜੀ ਦਾ। ਤੇ ਸਾਨੂੰ ਤੇ ਗੁਰਮੁਖੋ ਲਾੜੀ ਬਾਣੀ ਦੇ ਲਾਇਆ, ਸਾਡਾ ਤੇ ਇਸ਼ਟੀ ਬਾਣੀ ਹੈ ਜੀ। ਸਿੱਖ ਤੇ ਭਟਕਣਾ ਹੀ ਨਹੀਂ ਨਾ ਚਾਹੀਦਾ ਜੀ, ਸਿੱਖ ਤੇ ਮਾਯੂਸੀ 'ਚ ਹੋਣਾ ਹੀ ਨਹੀਂ ਚਾਹੀਦਾ। ਬਖਸ਼ਿਸ਼ ਕੀਤੀ ਰਾਗ ਸਾਰੰਗ ਭਗਤ ਸਾਹਿਬਾਨ ਜੀ ਦੀ ਬਾਣੀ ਆਰੰਭ ਹੋਈ ਸੀ। ਕਬੀਰ ਸਾਹਿਬ ਜੀ ਦੇ 2 ਸ਼ਬਦ ਸੁਣੇ, ਅੱਜ ਬਾਬਾ ਨਾਮਦੇਵ ਜੀ ਉਚਾਰਨ ਕਰ ਰਹੇ ਆ। ਸ਼ਬਦ ਦੇ ਆਰੰਭ ਵਿੱਚ ਸਾਨੂੰ ਦੱਸਿਆ ਵੀ ਭਾਈ ਵਾਹਿਗੁਰੂ ਜੀ ਇੱਕ ਹੀ ਹੈ ਤੇ ਤੁਹਾਡੇ ਸਾਰਿਆਂ ਦੇ ਅੰਦਰ ਉਹਦਾ ਵਾਸਾ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਨ ਸਗਲੀ ਵੋਹੀ। ਉਹ ਅਲੇਪ ਵੀ ਹੈ ਤੇ ਵਸ ਵੀ ਰਿਹਾ। ਗੁਰ ਪ੍ਰਸਾਦ ਦੇ ਪਾਤਰ ਬਣੀਏ, ਇਸ ਪੌੜੀ ਚੜੀਏ ਤੇ ਪਹੁੰਚ ਜਾਵਾਂਗੇ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਾਏ ਰੇ ਮਨ ਵਿਖਿਆ ਬਨ ਜਾਏ। ਅਸੀਂ ਵੀ ਸਤਿਗੁਰੂ ਜੀ ਨੂੰ ਸਵਾਲ ਪੁੱਛਦੇ ਹਾਂ ਜੀ, ਇਹ ਸਤਿਗੁਰੂ ਜੀ ਵੀ ਸਾਨੂੰ ਸਵਾਲ ਪੁੱਛਦੇ ਆ। ਅਸੀਂ ਪੁੱਛਦੇ ਹਾਂ ਫੇਰ ਕੇ ਅੱਗੇ ਰੱਖੀ ਹੈ, ਸਾਨੂੰ ਅਧਿਕਾਰ ਦਿੱਤਾ ਸਤਿਗੁਰੂ ਜੀ ਨੇ ਪੁੱਛਣ ਦਾ। ਪੁੱਛੋ ਆ ਕੇ, ਮੋਹ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆ। ਸਵਾਲ ਹੀ ਨੇ ਨਾ ਜੀ, ਸਾਨੂੰ ਹੱਕ ਹੈ ਕਰੀਏ ਸਵਾਲ ਆਪਣੀ ਸਤਿਗੁਰੂ ਜੀ ਦੇ ਪਾਸ ਵੀ। ਮਹਾਰਾਜ ਜੀ ਇੱਥੇ ਤੇ ਇੰਨੀ ਬਰੀਕੀ ਦੇ ਨਾਲ ਜਵਾਬ ਮਿਲਣਗੇ ਨਾ ਵੀ ਤੂੰ ਕੀ ਖਾਣਾ ਹੈ, ਤੂੰ ਕੀ ਪਹਿਨਣਾ ਹੈ, ਕਿੰਨਾ ਤੂੰ ਸੌਣਾ ਹੈ, ਕਿੰਨਾ ਕੁ ਤੂੰ ਜਾਗਣਾ ਹੈ, ਕਿੰਨਾ ਕੁ ਤੂੰ ਕੰਮ ਕਰਨਾ ਹੈ, ਕੀ ਤੇਰੇ ਲਈ ਠੀਕ ਹੈ, ਕਿਹੜਾ ਕੰਮ ਨਹੀਂ ਕਰਨਾ, ਕੀ ਤੂੰ ਜ਼ੁਬਾਨ ਤੋਂ ਬੋਲਣਾ ਹੈ, ਕਿਹੜਾ ਬੋਲ ਤੇਰੇ ਲਈ ਮਾੜਾ ਹੈ।
ਇੱਕ ਇੱਕ ਗੱਲ ਇੰਨੀ ਛੋਟੀ ਛੋਟੀ ਜਿਵੇਂ ਗੋਦੀ 'ਚ ਪਾਲ ਕੇ ਮਾਂ ਬੱਚੇ ਨੂੰ ਸਮਝਾਉਂਦੀ, ਪੁੱਛ ਸਤਿਗੁਰੂ ਜੀ ਨੂੰ ਤੇ ਸਮਝਾ ਰਹੇ ਆ, ਉਹਦੇ ਕਾਹਲ ਹੀ ਨਹੀਂ ਪੈਂਦੇ ਜੀ। ਜਿੰਨੀ ਵਾਰੀ ਮਰਜ਼ੀ ਪੁੱਛ, ਉਨੀ ਵਾਰੀ ਰਸ ਆਏਗਾ, ਉਨਾ ਹੀ ਪਿਆਰ ਜ਼ਿਆਦਾ ਕਰਨਗੇ। ਅਸੀਂ ਕਿਸੇ ਇਨਸਾਨ ਨੂੰ ਪੁੱਛੀਏ ਨਾ ਦੂਜੀ ਤੀਜੀ ਚੌਥੀ ਵਾਰੀ ਤੇ ਖਿਝ ਜਾਂਦੇ ਹਾਂ ਅਸੀਂ, ਸਾਡਾ ਮਾਦਾ ਛੋਟਾ ਹੈ। ਗੁਰੂ ਨੂੰ ਤੇ ਜਿੰਨੀ ਵਾਰੀ ਪੁੱਛਾਂਗੇ ਨਾ ਓਨਾ ਹੀ ਗਲਵੱਕੜੀ ਚ ਲਏਗਾ। ਫਿਰ ਬਾਣੀ ਪੜ੍ਹ ਕੇ ਪੁੱਛੀਏ, ਫਿਰ ਹਜ਼ੂਰੀ ਚ ਬੈਠ ਕੇ ਪੁੱਛੀਏ, ਫਿਰ ਸਹਿਜ ਪਾਠ ਕਰਕੇ ਪੁੱਛੀਏ, ਫਿਰ ਕਥਾ ਸੁਣ ਕੇ ਪੁੱਛੀਏ, ਫਿਰ ਕੀਰਤਨ ਸੁਣ ਕੇ ਪੁੱਛੀਏ, ਸਤਿਗੁਰੂ ਜੀ ਮੈਨੂੰ ਰਸਤਾ ਦੱਸੋ, ਓਨਾ ਹੀ ਪਿਆਰ ਜ਼ਿਆਦਾ ਕਰਨਗੇ। ਸਤਿਗੁਰੂ ਜੀ ਵੀ ਸਾਨੂੰ ਪੁੱਛਦੇ, ਉਹ ਸਾਡੀ ਕਾਇਆ ਨੂੰ ਨਹੀਂ ਪੁੱਛਦੇ, ਕਾਇਆ ਦੇ ਡਰਾਈਵਰ ਨੂੰ ਪੁੱਛਦੇ ਆ, ਜਿਹੜਾ ਅੰਦਰ ਬੈਠਾ ਹੈ, ਜਿਹੜਾ ਅੱਖਾਂ ਨੂੰ ਕਹਿੰਦਾ ਤੁਸੀਂ ਇਹ ਵੇਖੋ, ਜੀਭ ਨੂੰ ਕਹਿੰਦਾ ਤੁਸੀਂ ਇਹ ਚੱਖੋ, ਇਹ ਬੋਲੋ, ਜਿਹੜਾ ਪੈਰਾਂ ਨੂੰ ਪ੍ਰੇਰਦਾ ਤੁਸੀਂ ਇੱਧਰ ਨੂੰ ਤੁਰੋ, ਤੇ ਉਹਨੂੰ ਪੁੱਛਦੇ ਨੇ ਵੀ ਕਿਉਂ ਕੁਰਾਹੇ ਪੈ। ਕਾਏ ਰੇ ਮਨ ਵਿਖਿਆ ਬਨ ਜਾਏ। ਹੁਣ ਬਨ ਤੇ ਬੜਾ ਵਧੀਆ ਜੀ, ਸੋਹਣਾ ਲੱਗ ਰਿਹਾ, ਹਰਾ ਭਰਾ, ਪਰ ਅਸਲ ਵਿੱਚ ਉਸ ਬਨ ਚ ਕੀ ਹੈ? ਵਿਖਿਆ। ਭੁੱਲਿਆ ਹੋਇਆ ਤੂੰ। ਜਿਵੇਂ ਕੋਈ ਆਵਾਜ਼ ਦੇ ਕੇ ਕਹਿੰਦਾ ਨਾ ਰੁਕ ਜਾ, ਇਹ ਚੀਜ਼ ਮੂੰਹ ਵਿੱਚ ਨਾ ਪਾਈ, ਇਹਦੇ ਨਾਲ ਤੂੰ ਬੇਹੋਸ਼ ਹੋ ਜਾਏਗਾ, ਇਹਦੇ ਨਾਲ ਤੇਰੀ ਮੱਤ ਮਾਰੀ ਜਾਏਗੀ। ਇਦਾਂ ਸਤਿਗੁਰੂ ਜੀ ਆਵਾਜ਼ ਦੇ ਕੇ ਕਹਿੰਦੇ ਵੇਖੀ ਜੋ ਤੂੰ ਖਾਣ ਲੱਗਾ ਛਾਲੀਓ ਤੇਰੇ ਨਾਲ, ਜੋ ਤੂੰ ਭੋਗਣ ਲੱਗਾ, ਭਾਵੇਂ ਉਹ ਅੱਖਾਂ ਨਾਲ ਭੋਗ ਰਿਹਾ, ਕੰਨਾਂ ਨਾਲ ਭੋਗ ਰਿਹਾ, ਜੀਭ ਨਾਲ ਭੋਗ ਰਿਹਾ, ਇੰਦਰੀਆਂ ਨਾਲ ਭੋਗ ਰਿਹਾ, ਹਜ਼ੂਰ ਆਵਾਜ਼ ਦੇ ਕੇ ਕਹਿੰਦੇ ਰੁਕ ਜਾ, ਜੋ ਤੂੰ ਭੋਗਣ ਲੱਗਾ ਤੂੰ ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ, ਜ਼ਹਿਰ ਹੀ ਤੇਰੇ ਵਾਸਤੇ, ਤੇਰੇ ਨਾਲ ਧੋਖਾ ਹੋ ਰਿਹਾ ਹੀ। ਤੈਨੂੰ ਤੇਰਾ ਮਨ ਕਹਿ ਰਿਹਾ ਵੀ ਇਹ ਭੋਗ ਵਿੱਚ ਬੜੇ ਰਸ ਨੇ, ਪਰ ਅਸਲ ਵਿੱਚ ਕੀ ਹੈ? ਜ਼ਹਿਰ। ਤੇ ਨਾ ਚੱਖ, ਬਿੱਖ ਖਾਦੀ ਤਤਕਾਲ ਮਰ ਜਾਏ, ਉਸੇ ਛਿਨ ਤੇਰੀ ਆਤਮਕ ਮੌਤ ਹੋ ਜਾਣੀ ਹੈ। ਕੀ ਕਰੀਏ ਜੀ? ਮਾਈ ਮਨ ਮੇਰੋ ਬਸ ਨਾਹੀਂ, ਨਿਸਬਾਸਰ ਵਿਖਿਆਨ ਕੋ ਧਾਵਤ। ਗੁਰੂ ਸਾਹਿਬ ਕਹਿੰਦੇ ਵਿਖਿਆ ਬਣ ਜਾਏ ਨਾ ਜਾ, ਤੇ ਇਹ ਦਿਨ ਰਾਤ ਉਧਰ ਨੂੰ ਰੱਸੇ ਤੜਾ ਤੜਾ ਕੇ ਜਾਂਦਾ ਜੀ। ਨਿਸਬਾਸਰ ਵਿਖਿਆਨ ਕੋ, ਜ਼ਹਿਰ ਵਾਲੇ ਪਾਸੇ, ਵਿਖਿਆਨ ਕੋ ਧਾਵਤ, ਕਿਹ ਬਿਦ ਰੋਕੋ ਤਾਹੇ। ਹਮ ਅਵਗੁਣ ਭਰੇ, ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੈ ਬਿਖ ਖਾਏ। ਪਤਾ ਨਹੀਂ ਕੀ ਹੋ ਗਿਆ ਜੀ, ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਅੰਮ੍ਰਿਤ ਛਾੜ। ਗੁਰਸਿੱਖੋ, ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਮੈਂ ਪਿਛਲੇ ਸਾਲ ਵੀ ਮੈਂ ਪ੍ਰਬੰਧਕਾਂ ਦਾ ਧੰਨਵਾਦੀ ਹਾਂ ਵੀ ਇਹਨਾਂ ਦਿਨਾਂ 'ਚ ਜਦੋਂ ਸਮਾਂ ਦੇ ਦਿੰਦੇ ਆ ਤੇ ਥੋੜੀ ਜੀ ਗੱਲ ਆਉਣ ਵਾਲੇ ਦਿਨਾਂ ਦੀ ਹੋ ਜਾਂਦੀ। ਜਿਵੇਂ ਗੁਰਮੁਖ ਪਿਆਰੇ ਸਿੰਘ ਸਾਹਿਬ ਜੀ ਰੋਜ਼ ਤੁਹਾਨੂੰ ਦੱਸਦੇ ਨੇ ਵੀ ਸੰਗਰਾਂਦ ਕਿਸ ਦਿਨ ਹੈ, ਤੇ ਅਗਲਾ ਦਿਹਾੜਾ ਇਤਿਹਾਸਕ ਕੋਈ ਵੀ ਹੋਵੇ। ਇੱਦਾਂ ਮੈਂ ਚੌਂਕੀਦਾਰਾ ਕਰਦਾ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ, ਦਸੰਬਰ ਦਾ ਮਹੀਨਾ ਸਾਡੀ ਰੂਹ ਨੂੰ ਝੰਜੋੜਨ ਵਾਲਾ ਹੈ। ਇੱਕ ਛਿਨ ਵੀ ਸਾਨੂੰ ਸਾਡਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ। ਹਰ ਵੇਲੇ ਸਾਡੀ ਸੁਰਤ ਵਿੱਚ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਅਸੀਂ ਹਰ ਸਵਾਸ ਉਹਨਾਂ ਨੂੰ ਸਿਮਰ ਕੇ, ਉਹਨਾਂ ਨੂੰ ਯਾਦ ਕਰਕੇ, ਉਹਨਾਂ ਦੀ ਕਰਨੀ ਨੂੰ ਵੇਖ ਕੇ ਕਹਿੰਦੇ ਆ ਬੋਲੋ ਜੀ ਵਾਹਿਗੁਰੂ ਕਹਿੰਦੇ ਆ ਨਾ ਜੀ। ਨਹੀਂ ਭੁੱਲਣਾ ਚਾਹੀਦਾ, ਹਰ ਰੋਜ਼ ਸਿਮਰੀਏ। ਪਰ ਇਹ ਸੀਤ ਜਦੋਂ ਸਾਡੇ ਹੱਡਾਂ ਨੂੰ ਚੀਰਦੀ ਹੈ, ਉਦੋਂ ਮਾਛੀਵਾੜਾ ਯਾਦ ਆਉਂਦਾ ਜੀ। ਉਦੋਂ ਉੱਚੀ ਚਮਕੌਰ ਦੀ ਗੜੀ, ਸਰਸਾ ਦਾ ਤੱਟ ਚੇਤੇ ਆਉਂਦਾ, ਪੋਹ ਦੀਆਂ ਸੀਤ ਰਾਤਾਂ, ਠੰਡਾ ਬੁਰਜ 140 ਫੁੱਟ ਚਾ, ਕੋਈ ਲੇਪ ਤਲਾਈ ਨਹੀਂ, 80-90 ਨੂੰ ਟੁੱਕੇ ਮਾਂ ਗੁਜਰੀ ਜੀ, ਤੇ ਨੰਨੇ ਜੇ ਮੇਰੇ ਸਾਹਿਬ ਦੇ ਜਿਗਰ ਦੇ ਟੁਕੜੇ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਘੱਟੋ ਘੱਟ ਇੱਕ, ਮੈਂ ਪਿਛਲੀ ਵਾਰੀ ਸ਼ਬਦ ਵਰਤਿਆ ਸੀ ਟਰਾਇਲ, ਇੱਕ ਯਤਨ ਕਰੀਏ ਕਿ ਇਸ ਮਹੀਨੇ ਜੇ ਕੋਈ, ਵਾਹਿਗੁਰੂ ਮੈਂ ਆਪਣੇ ਔਗਣ ਵੇਖਦਾ ਤੇ ਬਹੁਤ ਜ਼ਿਆਦਾ ਨੇ, ਜੇ ਕੋਈ ਕਿਸੇ 'ਚ ਇੱਕ ਅੱਧਾ ਔਗਣ ਤੁਸੀਂ ਧੰਨ ਜਿਹਨਾਂ ਦੇ ਵਿੱਚ ਕੋਈ ਮਾੜਾ ਮੋਟਾ ਹੋਏਗਾ ਤੇ ਉਹਨੂੰ ਛੱਡਣ ਦਾ ਯਤਨ ਕਰੀਏ। ਜਿਹੜਾ ਜ਼ਹਿਰ ਦੀ ਪਿਆਲੀ ਦਾ ਆਦੀ ਹੈ ਉਹ ਕਹੇ ਨਹੀਂ, ਆਓ ਇੱਕ ਉਦਮ ਕਰਦੇ ਹਾਂ, ਇਸ ਮਹੀਨਾ ਮੈਂ ਸਾਹਿਬਜ਼ਾਦਿਆਂ ਨੂੰ ਚੇਤੇ ਕਰਨਾ, ਮੈਂ ਇਸ ਜ਼ਹਿਰ ਨੂੰ ਆਪਣੇ ਘਰ 'ਚ ਨਹੀਂ ਵੜਨ ਦੇਣਾ। ਇਹ ਮਹੀਨਾ ਮੈਂ ਰੰਗ ਤਮਾਸ਼ਿਆਂ ਤੋਂ, ਕਹੋ ਵੀ ਅਸੀਂ ਆਪਣੇ ਘਰ ਟੈਲੀਵਿਜ਼ਨ ਤੇ ਗੀਤ ਆ ਜੋ ਕੁਝ ਵੇਖਦੇ ਹਾਂ,
ये नहीं चलन देने। असी गुरबाणी सुनांगे। फतेहगढ़ साहब तो लाइव शुरू हो गया कल का। कहो असी गुरबाणी सुनांगे। ये महीना एक यतन, एक कदम अगे नूं पुट्टीए। असी किसी दी निंदिया नहीं करांगे। अमृत वेले उठांगे। ये महीना नितनेम। मैं ये नहीं कहता कि बाकी महीने छड्ड देने बाकियां वांग भी एक महीना भुखे रवांगे तो बाकी महीने रब खुश हो जू। एक यतन, एक उद्यम, ट्रायल के तौर पर अमृत वेले उठांगे। अपने बच्चों को कोल बिठा के रोज साखी सुनावांगे। ये मन मुड़ पएगा साध संगत जी, मुड़ पएगा ये मन। जदों वो लहू भिजी दास्तां सानू याद आएगी, जदों खूनी मंजर साडियां अखां सामने आएगा, जदों साडी सुरत खून विच लत-पत मेरे साहिब दे लालां दे पवित्र जिस्म वेखेगी, इस रूह नूं एहसास होएगा, ये मन मुड़ पएगा। यही तरीका है जी। इसलिए बिख बन फीका त्याग रे सखिए, आओ नाम महारस पियो। शुरुआत करिए जी भी दसंबर का महीना जिवें एक हाथ विच तस्बीह फड़ के माला दे मणके सुटण वाला कहंदा कि मैं मणका फड़दा मैनू वाहिगुरू चेते आ जांदा। ठीक है जी, मुबारक, मैं क्रिटिसाइज नहीं करता। इदां असीं कहिए सीत सानू गुरु गोबिंद सिंह चेते कराउंदी है। ये महीना सानू मां गुजरी जी की याद दवाउंदा है। विख्या वालों मन इधर नूं हो जाएगा जी। साडी भावुकता, जिवें कोई चीज़ गर्म हुंदी है ना, लोहा गर्म हुंदा ते उन्हें जिधर नूं मर्जी मोड़ लवो, जिहड़ी मर्जी शेप दे दो। ये भावुकता दा निग, ये जज्बातां दी गरमाहट, जदों साडा पत्थर वर्गा दिल मोम बन के अखां राहीं पिघलदा है। मैं ये नहीं कहंदा भी ये कमजोरी है ते ना ही कमजोर करना चाहुंदा, पर यह भावुकता साडे पत्थर वर्गे चित्त नूं जदों कोमल करदी है, तो फिर इहनूं जिहड़ी मर्जी शेप दे लो जी, इनू मनमुखताई दे जहर चों कढ के गुरमुखताई दा रंग चाड़ दिओ। सो घट्टो घट्ट आओ शुरुआत करिए। जे थोड़ी जी बेनती कर लवां, समागमां दा वेरवा संगत तक पहुंच जाए, साधन है साडे कोल, ते मैं लाहा लै लेना चाहता। मुख रूप विच धन बाबा जोरावर सिंह, बाबा फतेह सिंह, मां गुजरी, जिन्हां दे दर दा दास चौकीदार है। शहीदी दिहाड़ा 28 दसंबर नूं है। जिहड़ी शहीदी तरीका ने 26, 27, 28 नूं शहीदी नगर कीर्तन है। पूरे 9 बजे आरंभ होना है। तुसीं सारे चैनलों ते लाइव वेखना है। उन्होंने जिहड़े पहुंच सकते जरूर पहुंचो। बाबा फतेह सिंह जी का आगमन दिहाड़ा सिंह साहब जी भी अनाउंस करनगे तुहाडे कोल अगले दिनों 14 दसंबर नूं है। फतेहगढ़ साहब समागम होने शाम के, बड़ा पंथ जुड़दा जी उत्थे सारा। ते सफ़र जिहड़ा है गुरु दे लालां दा, शहीदी दा सफ़र, धन गुरु गोबिंद सिंह हजूर तो वड्डे साहिबजादियां तो छोटे साहिबजादे ते माता जी विछड़े। 7 पोह नूं हजूर चमकौर साहब पहुंच के, गुरु के महल माता सुंदर कौर साहब कौर जी रोपड़ रात कट के दिल्ली वाल नूं आ गए। तो मां गुजरी जी, धन बाबा जोरावर सिंह, बाबा फतेह सिंह सरसा दे किनारे ते अज भी वो जगह जदों उत्थे वेखोगे ना जाके रूह कंब जाती है। उत्थे बैठना पंथ ने। सफरे शहादत 7 पोह 22 दसंबर शामी 4 बजे तो यह समागम शुरू कर देना। 8 पोह नूं उत्थों गंगू मिलता है तो अपने पिंड सिहेड़ी लै आंदा। 23 दसंबर वो जगह उही जगह उही रात जदों उत्थे बैठते हैं ना सफरे शहादत, तो इदां लगता कि असीं साहिबजादियां ते मां जी के सफर के पांधी बने हुए हैं। एक एहसास साध संगत। 23 दसंबर ते 24 दसंबर 9 पोह जदों कैदी बना के कोतवाली च सिखां वाली कोठड़ी अज भी पंथ नूं सददी है कि आओ तुहानूं दसीए शरीर कैद हो सकते ने, सोच कैद नहीं हो सकती। सच कद डरदा कंधां तो, सच कद डरदा तलवारां तो, सच कद डरदा हाकम तो, सच कद डरदा सरकारां तो। ये तो सदीवी है। सच को मिटाओगे तो मिटोगे जहान से,
साहबजादियां दे पवित्र बोल सन हाकम दे सामने खड़ के कि सच को मिटाओगे तो मिटोगे जहान से, डरता नहीं सच शहनशाह की शान से। बात अपनी सुन लो दिल के कान से, कह रहे हैं हम तुम्हें खुदा की जुबान से। सच नीहां विच चमके दमके, झूठ खाक दी ढेरी, झूठ ने ओड़क मिट जाना है, सच दी आवाज उचेरी। कूड़ निखुटे नानका ओड़क सच रहे। तो ये 25 दसंबर ਨੂੰ फिर कैदी बना के ठंडे बुरज च लियांदा। 10 पोह दी रात ठंडे बुरज की सरदल ते ये सफ़र है शहादत का। आप जी ने लाहे लैने ते इहदे तो इलावा 5 समागम भाई साहब भाई पिंदरपाल सिंह जी जिहड़े नाल करदे कौम के सत्कारयोग कथावाचक। 14 ते 15 ਨੂੰ चमकौर साहब की धरती ते, 16 तरीक ਨੂੰ माछीवाड़े, 15 ते 16 ते 17 तरीक ਨੂੰ माछीवाड़े की धरती ते, 18 ते 19 फतेहगढ़ साहब ते ज्योति स्वरूप साहब। लगातार समागमां की शहबर लगी हुई है। आप जी ने जरूर लाहे लैने। एक बेनती पंथ के चरणों च कौम के श्रोमणी कीर्तनीय भाई साहब भाई हरजिंदर सिंह जी श्रीनगर वाले ते भाई मनिंदर सिंह जी श्रीनगर वाले, वो विदेश विच ने, इस वास्ते वो इस बारी हाज़री नहीं भर सकणगे। उन्होंने माफ़ी मंगी है अपने वालों विदेश च होने करके। सो कौम की जानकारी वास्ते बेनती सी। मैं तां बेनती कर रहा कि साडी सुरत श्री चमकौर साहब पहुंचे, माछीवाड़े पहुंचे, परिवार विछोड़ा पहुंचे, साडी सुरत ठंडे बुरज के दर्शन करे तो ये विखिया बिमोया मन यकीनन साध संगत उस रंग विच रंगिया जाएगा, प्रेम विच भिज जाएगा, इनू मोड़ा मिल जाएगा जी। ये विखिया दे बन च जाके रंग तमाशियां च नहीं डुबेगा। इसलिए साडे पुरखे इन्हां दिनां दे विच अज भी श्री फतेहगढ़ साहब जाओ और हठ नहीं है साध संगत, अज भी प्रेम रत्तियां रूहां धरती ते सौंदियां, एक एहसास बस। अज भी ब्याह आदि समागम नहीं रखते महीने च, एक एहसास कि सानू वो फीलिंग आवे कि माँ जी ते साहबजादे धरती ते किवें सुते सन। यकीनन मैं गुरु की हजूरी च दावे नाल कहंदा कि ये इतिहास की गरमाहट, ये जज्बातां दा सेक, ये भावुकता दा निग साडे पत्थर मन नू कोमल करेगा, ये मोड़ देगा साध संगत। कायरे मन विखिया बन जाए। क्यों तू खुआर हो रहा जी, तैनू पता नहीं तेरे वास्ते राह दसेरिया ने किदां दा राह दस्या। भूलो रे ठग मूरी खाए, तू भुल गया ते तू ठगिया जा रहा है सज्जना, जां तैनू ठगिया जा रहा है, कुराए पाया जा रहा है। यह पंजाब की नौजवानी सभ्याचार के नां ते जिहड़े रंग तमाशियां च तुहानू डोबिया जा रहे हैं, इहदे तो वड्डी ठग मूरी की होएगी। मेरी हाथ जोड़ के पंथ नू बेनती है, 25 दसंबर पंथ जी लाल टोपी वाला टॉफियां वंडन वाला एक फिरेगा तो साडे बच्चे प्रभावित होणगे। ठीक है, किसी के सभ्याचार उत्ते मेरा कोई कटाक्ष नहीं, पर जरूर अपने बालां नू गल ना ला के दसो अज मां गुजरी ते साहबजादे ठंडे बुरज विच पहुंचे सन धर्म दीयां नीहां पक्कियां करन वास्ते। ये बच्चियां वाली टॉफियां दी खेड नहीं है, इत्थे बचपना बड़ा संजीदगी भरिया, बहुत गंभीरता भरिया। इत्थे जान दूजियां नू खुशियां देण वास्ते कुर्बान कीतियां जांदियां। टॉफियां दे रास विच रंग तमाशे नहीं माने जाते। हम जान दे के औरों की जाने बचा चले, सिक्खी की नींव सरों पे उठा चले, सिंगों की सल्तनत का पौधा लगा चले। जिन्हां ने साडी शहनशाहत दा पौधा लाया सी। 25 दसंबर नू समूह गुरु घरां दीयां कमेटियां नू, समूह संस्थावां नू बेनती है, सारे पंथ नू, सारियां संप्रदावां नू, ये किसी एक दा नहीं प्रोग्राम, ये सफर शहादत सारे पंथ दा सफर है जिहड़ा गुरु नानक साहब ने आरंभिया सी। सच सुनाए सी, सच की बेला, ना कोई संस्था है ना कोई मोहरी है। तो पंथ जी 25 दसंबर कौमी त्यौहार बनाओ, आओ अपने बच्चों नू अपने विरसे नाल जोड़िए। साडा सभ्याचार, साडा विरसा सानू आवाज़ां मार रहा है, ते साडा परिवार कित्थे शीशे च वेखीए। भूलो रे ठग मूरी खाए, असी ठगे गए, सानू पता ही नहीं लग्या भी असी किहड़े पासे नूं तुर पे जी। साडे बच्चे किहड़ियां पब्बां क्लब्बां च जाके बह गए, विदेशां दे विच समस्या बनी हुई है। आओ
कहिए 25 ਦਸੰਬਰ ਨੂੰ ਸਾਡਾ ਪੰਥ ਦਾ ਤਿਉਹਾਰ ਹੈ, ਸਾਡਾ ਸੱਭਿਆਚਾਰ ਹੈ ਕਿ ਅਸੀਂ ਜੋ ਕਿਹਾ ਸੀ ਗੁਰੂ ਦੇ ਲਾਲਾਂ ਨੇ, ਹਮਰੇ ਬੰਸ ਰੀਤ ਏਮ ਆਈ, ਆ ਸਾਡਾ ਰੀਤੀ ਰਿਵਾਜ ਹੈ, ਸੀਸ ਦੇਤ ਪਰ ਧਰਮ ਨਾ ਜਾਈ। ਇਹ ਸਾਡੇ ਕੁੱਲ ਦੀ ਰੀਤ ਹੈ ਵੀ ਅਸੀਂ ਸਿਰ ਕੁਰਬਾਨ ਕਰਦੇ ਹਾਂ, ਸਾਡਾ ਧਰਮ ਨਹੀਂ ਜਾਂਦਾ ਜੀ। ਉਹ ਕਿਹੜਾ ਬੂਟਾ ਏ ਜੋ ਹਰ ਥਾਂ ਪਲਦਾ ਏ, ਆਰੇ ਦਿਆਂ ਦੰਦਿਆਂ ਤੇ, ਰੰਬੀਆਂ ਦੀਆਂ ਧਾਰਾਂ ਤੇ, ਖੈਬਰ ਦੇ ਦਰਿਆਂ ਵਿੱਚ, ਸਰਸਾ ਦੀਆਂ ਲਹਿਰਾਂ ਵਿੱਚ, ਸਤਲੁਜ ਦੇ ਕੰਢੇ ਤੇ, ਲੱਖੀ ਦੇ ਜੰਗਲ ਵਿੱਚ, ਰੋੜਾਂ ਵਿੱਚ, ਰੱਕੜਾਂ ਵਿੱਚ, ਬੰਜਰਾਂ ਵਿੱਚ, ਝੱਖੜਾਂ ਵਿੱਚ, ਗੜਿਆਂ ਵਿੱਚ, ਮੀਂਹਾਂ ਵਿੱਚ, ਸਰਹੰਦ ਦੀਆਂ ਨੀਹਾਂ ਵਿੱਚ, ਜਿੱਥੇ ਵੀ ਲਾ ਦਈਏ ਉੱਥੇ ਹੀ ਪਲਦਾ ਏ, ਜਿੰਨਾ ਵੀ ਛਾਂਗ ਦਈਏ ਓਨਾ ਹੀ ਫਲਦਾ ਏ। उस बूटे दे वारसत सी। सिंहों की सल्तनत का पौधा लगा चले, गद्दी तो तख्त बस अब कौम पाएगी, इस जहां से जालमों का निशान तक मिटाएगी। आ मरदानगी सानू दित्ती 25 ਦਸੰਬਰ ਨੂੰ गुरु दे लाला ने। असी किहड़ी ठगौरी च ठगे गए जी। साध संगत, भावें गद्दी ते भावें कोई थां होवे, कब्जा किसे ते करिया जरूर दसी। भावें बाबर ते भावें औरंग होवे, तरला किसे दा भरिया जरूर दसी। पुत्र अखां दे सामने गए विन्ने, एक हौका भी भरिया जरूर दसी। तत्ती तवी तो ठंडे बुरज तक कोई हाकम तो डरिया जरूर दसी। ਉਹ ਨਿਰਭੈਤਾ, ਉਹ ਨਿਡਰਤਾ ਸਾਡੇ ਬਾਲਾਂ ਦੇ ਅੰਦਰ, ਉਹ ਧਰਮ ਦੀ ਦ੍ਰਿੜਤਾ, ਉਹ ਪਰਪੱਕਤਾ, ਉਹ ਉੱਚਾ ਸੱਚਾ ਆਦਰਸ਼ ਅਸੀਂ 25 ਦਸੰਬਰ ਨੂੰ ਜਿਹੜੇ ਟੁੱਟ ਚੁੱਕੇ ਨੇ ਨਾ, ਉਹਨਾਂ ਨੂੰ ਵੀ ਗਲ ਨਾ ਲਾਉਣਾ। ਸਾਰਿਆਂ ਨੂੰ ਇਕੱਠੇ ਕਰੋ, ਘਰ ਘਰ ਜਾਓ, ਗੁਰੂ ਘਰ ਦੇ ਪ੍ਰਬੰਧਕ ਗੁਰਸਿੱਖੋ ਆਓ ਪਹਿਰਾ ਦਿਓ। ਇੱਕ ਲਹਿਰ ਬਣ ਗਈ ਸਾਧ ਸੰਗਤ, ਲਗਾਤਾਰ ਸੁਨੇਹੇ ਆ ਰਹੇ ਆ ਤੇ ਕਿਸੇ ਮਨੁੱਖ ਦਾ ਨਹੀਂ ਪ੍ਰੋਗਰਾਮ ਹੈ। कुछ वीरे समझ रहे हैं भी फतेहगढ़ साहब तो आवाज़ उठी है तो शायद ये हरपाल सिंह का प्रोग्राम है। नहीं भाई, एक पंथ का प्रोग्राम है। जे असी ये जड़ी है ना भूलो रे ठग मूरी खाए, ये तो बचना है, ठगे नहीं जाना, तो फिर फर्ज निभाओ, जिम्मेवारी निभाओ। आओ गुरु नाल जुड़िए। बंदे आउणगे चले जाणगे, अज हाँ कल नहीं रहांगा, हो सकता बुद्ध भ्रिष्ट हो जाए। वाहिगुरु अगे अरदास करियो, सिर ते हथ रख के सतगुरु सेवा लैन, ये तुहाडी असीस है, मेरी चतराई नहीं। पर ठगी तो जे बचना है ना, फिर ते गुरु वाले पासे मुख करना पैना जी, फिर ते जिम्मेवारी निभाउणी पैनी है। ठगे ही गए ना साध संगत जी। जहर परोसिया ते साडी नौजवानी जहर च गलतान हो गई। दिखावे विच किस तरह के छल विच असीं आ गए। अज भूलो रे ठग मूरी खाए, भुल गए ते वो ठगी वाली बूटी खा लई, असीं बेहोश हो गए। सानू लुट के ले जाण वाले वो लुट के लै गए। शब्द गुरु नाल जुड़ियां होईयां सुरतां उन्हां नूं पखंडियां ने लुट लिया। अमृत दा रस चखण वालियां नूं जहर दे व्यापारियां ने लुट लिया ते लगातार लुटे जा रहे हैं। ये खजाना बहुत अमीर है ते जिथे अमीरी हुंदी है उत्थे ठग आउंदे आ। सुचेत हो गुरु के सिखो, सिर्फ चौकीदारा कर रहे हैं, समर्था कोई नहीं है। तुसी जागोगे तो मैं तुहाडी टुकड़ियां ते पालन वाला, टब्बर पालन वाला ये कहंदा फिरांगा, जागदे रहो। तुसी जागो, तुहाडा घर है। तो 25 दसंबर ना भुल्लियो, 28 दसंबर ना भुल्लियो, एक एक सवास ना भुल्लियो, सफर ए शहादत ना भुल्लियो, ज्योति स्वरूप साहब ना भुल्लियो। बड़ा प्यारा जिहा प्रोग्राम हुंदा, सारा पंथ पूरा साल सहज पाठ करदा ते फिर ज्योति स्वरूप साहब बैठ के वो सहज पाठां दा भोग पैंदा 19 तरीक नूं। वाहिगुरू करे असी ठगे ना जाइए, असी जाग पई। साडा इतिहास ते जगा रहा, सानू हलूण रहा, जाग रहे। कहां गाफल सोया, गफलत च ना सौ, जाग पै। तू क्यों सुता पिया? तो महाराज अगे कह रहे, जैसे मीन पानी में है रह, काल जाल की सुध नहीं लह। वो अटखेलियां कर दी, कहती बहुत खुश हाँ, पानी बहुत है, रज रज पानी मानदी है, ते ओनू ये नहीं पता कि जाल पैना ते काल आ जाना है। पानी बड़ा खुला, मस्तियां मानती पई।
ਜਿਹੜੀਆਂ ਕੌਮਾਂ ਇਹਨਾਂ ਮਸਤੀਆਂ 'ਚ ਡੁੱਬ ਜਾਂਦੀਆਂ ਨੇ ਨਾ, ਸੁੱਖਾਂ 'ਚ ਡੁੱਬ ਜਾਂਦੀਆਂ, ਉਹ ਮੱਛੀ ਵਾਂਗੂ ਫਾਹੀਆਂ ਜਾਂਦੀਆਂ ਜੀ। ਜਾਗੋ ਚੇਤਨ ਹੋਵੋ, ਇਹ ਬੂਟਾ ਹੀ ਐਸਾ ਲਾਇਆ ਜਿੰਨੇ ਚੇਤਨ। ਇੱਕ ਗੱਲ ਗਿਆਨੀ ਗਿਆਨ ਸਿੰਘ ਜੀ ਨੇ ਬੜੀ ਪਿਆਰੀ ਕਹੀ ਸੀ, ਕਹਿੰਦੇ ਜਿਉਂ ਕਾਟੇ ਤੇ ਵਧੈ ਗੁਲਾਬ, ਤਿਉਂ ਸਿੰਘ ਵਧੈ ਨਿਤ ਹੋਏ ਅਜ਼ਾਬ। ਗੁਲਾਬ ਕੱਟਿਆ ਜਾਏ ਤੇ ਜ਼ਿਆਦਾ ਖਿੜਦਾ, ਇਦਾਂ ਖਾਲਸਾ ਪੰਥ ਜਦੋਂ ਇਹਨਾਂ ਦੁਸ਼ਵਾਰੀਆਂ ਚੋਂ ਦੀ ਲੰਘਦਾ ਨਾ, ਇਹ ਸਾਨੂੰ ਸੁਰਜੀਤ ਕਰਦੀਆਂ। ਭਾਵੇਂ ਉਹ 84 ਜੂਨ ਹੋਵੇ, ਨਵੰਬਰ 84 ਹੋਵੇ, ਉਹ ਘਟਨਾਵਾਂ ਸਾਨੂੰ ਜਗਾਉਂਦੀਆਂ। ਸਾਧ ਸੰਗਤ, ਤੇ ਜਾਗੋ ਪੰਥ ਜੀ, ਜਾਗੋ। ਮੱਛੀ ਵਾਂਗ ਮਸਤ ਨਾ ਹੋਈਏ, ਕਾਲ ਦਾ ਜਾਲ ਪੈ ਜਾਂਦਾ ਤੇ ਮੱਛੀ ਫਸ ਜਾਂਦੀ ਹੈ। ਜਿਹਬਾ ਸੁਆਦੀ ਲੀਲਤ ਲੋਹੋ। ਹੁਣ ਉਹ ਮੱਛੀ ਕੀ ਕਰਦੀ ਹੈ? ਮਸਤ ਹੈ ਪਾਣੀ ਦੇ ਵਿੱਚ, ਪਰ ਜੀਭ ਦੇ ਸਵਾਦ ਦੇ ਪਿੱਛੇ ਉਹ ਕੁੰਡੀ ਜਿਹੜੀ ਲੋਹੇ ਦੀ ਹੈ, ਉਹਨੂੰ ਲੱਗਿਆ ਹੋਇਆ ਦਾਣਾ ਜੋ ਵੀ, ਉਹਨੂੰ ਲਾਲਚ ਦੇਣ ਵਾਸਤੇ, ਤੇ ਉਹ ਨਿਗਲਦੀ ਹੈ ਉਸ ਗਾਲੇ ਨੂੰ, ਤੇ ਉਹ ਕੁੰਡੀ 'ਚ ਫਸ ਜਾਂਦੀ ਹੈ। ਲੀਲਤ ਲੋਹੋ, ਲੋਭ ਰਤੀ ਹੋਈ। ਲਾਲਚ ਜਿਹੜਾ ਸਾਡੇ ਚਸਕੇ, ਜਿੱਧਰ ਅਸੀਂ ਆਕਰਸ਼ਿਤ ਹੋ ਰਹੇ ਹਾਂ, ਉਹ ਸਾਨੂੰ ਫਸਾ ਰਹੇ ਆ ਜੀ। ਇਸ ਲਈ ਇਹ ਖੇਡਾਂ ਠੀਕ ਹੈ, ਬਚਪਨ ਬੜਾ ਹੀ ਪਿਆਰਾ ਹੁੰਦਾ, ਇਹਨੂੰ ਮਾਨੋ, ਸਾਡੇ ਬੱਚੇ ਵੀ ਮਾਨਣ। ਕੋਈ ਬੋਝ ਨਹੀਂ ਹੈ ਸਿੱਖੀ, ਪਰ ਸਿੱਖੀ ਇੱਕ ਰਸ ਹੈ ਜੀ, ਜਿਹਦਾ ਸਾਡੇ ਬੱਚਿਆਂ ਨੂੰ ਅਹਿਸਾਸ ਹੋਵੇ। ਕੋਈ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਬਚਪਨਾ ਖੋਲੋ, ਨਹੀਂ ਨਹੀਂ, ਉਹਨਾਂ ਦੇ ਬਚਪਨੇ ਵਿੱਚ ਵੀ ਐਸਾ ਪਿਆਰ ਹੋਵੇ, ਐਸਾ ਸਨੇਹ ਹੋਵੇ ਕਿ ਉਹਨਾਂ ਨੂੰ ਬਚਪਨ ਵੀ ਸਿਖਾਏ ਕਿ ਜਿਉਣਾ ਵੀ ਧਰਮ ਲਈ ਹੈ ਤੇ ਮਨੁੱਖਤਾ ਲਈ ਮਰਨਾ ਹੈ। ਇਹ ਸਿਖਾਉਣਾ। ਸੋ ਇਹ ਮੱਛੀ ਮਸਤੀਆਂ ਦੇ ਵਿੱਚ ਪਈ ਹੋਈ ਜੀਵ ਦੇ ਚਸਕੇ ਪਿੱਛੇ ਲੋਹੇ ਦੀ ਕੁੰਡੀ ਨਿਕਲਦੀ ਹੈ ਤੇ ਫਸ ਜਾਂਦੀ ਹੈ। ਐਸੇ ਕਨਕ ਕਾਮਨੀ ਬਾਧਿਓ ਮੋਹ। ਜਿਵੇਂ ਉਹ ਮੱਛੀ ਫਸਦੀ ਹੈ ਨਾ, ਐਵੇਂ ਹੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਅਸੀਂ ਵੀ ਭੋਗ ਵਿਲਾਸਾਂ ਦੇ ਵਿੱਚ ਏਦਾਂ ਫਸ ਜਾਂਦੇ ਹਾਂ। ਜਿਉਂ ਮਦ ਮਾਖੀ ਸੰਚੈ ਆਪਾਰ। ਹੁਣ ਸਾਡੀ ਹਾਲਤ ਕੀ ਹੈ ਜੀ? ਮੱਖੀ ਥੋੜਾ ਥੋੜਾ ਕਰਕੇ ਰਸ ਇਕੱਠਾ ਕਰਕੇ ਫਿਰ ਉਹ ਸ਼ਹਿਦ ਸਿੰਚਦੀ ਹੈ। ਜਿਉਂ ਮਦ ਮਾਖੀ ਸੰਚੈ ਆਪਾਰ, ਬਹੁਤ ਸ਼ਹਿਦ ਬਣਾਉਂਦੀ ਹੈ ਨਾ। ਹੁਣ ਉਸ ਸ਼ਹਿਦ ਨੂੰ ਫਿਰ ਉਹ ਕੀ ਵਰਤ ਸਕਦੀ ਹੈ, ਖਾ ਸਕਦੀ ਹੈ? ਮਦ ਲੀਨੋ ਮੁਖ ਦੀਨੀ ਸ਼ਾਰ। ਜਿਹੜਾ ਲੈਣ ਵਾਲਾ ਆਇਆ, ਉਹਨੇ ਸ਼ਹਿਦ ਲੈ ਲਿਆ ਤੇ ਧੂਆਂ ਜਿਹਾ ਪਾਇਆ, ਉਹਦੇ ਧੂਏ ਦੀ ਖੇ ਜਿਹੜੀ ਉੱਡਦੀ ਧੁੰਦ ਸੀ, ਉਹ ਮੱਖੀ ਦੇ ਹਿੱਸੇ ਆ ਗਈ, ਉਹਨੂੰ ਪਰੇ ਧੱਕ ਦਿੱਤਾ ਤੇ ਸਾਰਾ ਸ਼ਹਿਦ ਲੁੱਟਿਆ ਗਿਆ। ਆ ਸਾਡੀ ਹਾਲਤ ਹੈ। ਅਸੀਂ ਜੋ ਕੁਝ ਕਮਾਇਆ, ਅੱਖਾਂ 'ਚ ਧੁੰਦ ਪੈ ਗਈ ਸਾਡੇ, ਤੇ ਸਾਡਾ ਕਮਾਇਆ ਤੇ ਲੁੱਟਿਆ ਜਾਏਗਾ ਜੀ। ਜਿਉਂ ਮਦ ਮਾਖੀ ਤਿਉਂ ਸਠੋਰ ਰਸ। ਜਿਹੜੇ ਰਸਾਂ 'ਚ ਮੂਰਖ ਪਿਆ ਹੋਇਆ ਨਾ, ਉਹ ਮਧੂ ਮੱਖੀ ਵਰਗਾ ਹਾਲ ਹੈ। ਜੋਰ ਜੋਰ ਧਨ ਕੀਆ, ਅੰਤ ਕੀ ਬਾਰ ਲਿਹੋ ਲਿਹੋ ਕਰੀਐ। ਭੂਤ ਰਹਿਣ ਕਿਉਂ ਦੀਆ। ਤੂੰ ਬਹੁਤ ਕੁਝ ਅੱਜ ਇਕੱਠਾ ਕਰ ਰਿਹਾ, ਬੜੇ ਰਸਾਂ ਕਸਾਂ 'ਚ। ਮਾਇਆ ਇਕੱਠੀ ਕਰਨੀ ਵੀ ਇੱਕ ਰਸ ਹੈ। ਵੇਖੋ ਕਿੰਨਾ ਕੁਝ ਬਣ ਗਿਆ, ਵੀ ਇੱਕ ਨਸ਼ਾ ਹੈ। ਮਾਣਦਾ ਨਹੀਂ ਹੈ ਸਾਰਾ ਕੁਝ। ਮਹਾਰਾਜ ਕਹਿੰਦੇ ਜਿਵੇਂ ਉਹ ਮੱਖੀ ਇਕੱਠਾ ਕਰ ਰਹੀ ਹੈ ਨਾ, ਤੇ ਲੁੱਟਿਆ ਫਿਰ ਕੋਈ ਲੁੱਟ ਜਾਂਦਾ, ਇਦਾਂ ਹੀ ਤੂੰ ਦੁਨੀਆ ਦੇ ਰਸ ਕਸ ਵਿੱਚ ਪਿਆ ਹੋਇਆ ਬਹੁਤ ਕੁਝ ਇਕੱਠਾ ਕਰ ਰਿਹਾ, ਤੇ ਅੰਤ ਸਮਾਂ ਆਉਣਾ, ਕਹਿਣਾ ਜੀ ਇਹ ਭੂਤ ਮਤਲਬ ਬੀਤਿਆ ਹੋਇਆ, ਗੁਜ਼ਰ ਗਿਆ, ਚੁੱਕੋ ਇਹਨੂੰ ਲੈ ਜਾਓ। ਲਿਹੋ ਲਿਹੋ ਕਰੀਆ, ਲੈ ਚੱਲੋ ਲੈ ਚੱਲੋ। ਭੂਤ ਰਹਿਣ ਕਿਉਂ ਦੀ ਆ। ਹੁਣ ਕਾਹਦੇ ਲਈ ਛੱਡਣਾ ਇਹਨੂੰ ਘਰ 'ਚ? ਮਦ ਲੀਨੋ ਮੁਖ ਦੀਨੀ ਸ਼ਾਰ, ਗਊ ਬਾਸ਼ ਕੋ ਸੰਚੈ ਖੀਰ। ਗਾਂ ਜਿਹੜੀ ਹੈ ਉਹ ਬਛੜੇ ਵਾਸਤੇ ਦੁੱਧ ਇਕੱਠਾ ਕਰਕੇ ਆਪਣੇ ਜਿਸਮ 'ਚ ਟਿਕਾ ਕੇ ਰੱਖਦੀ ਹੈ, ਵੀ ਬਹੁਤ ਮੈਂ ਦੁੱਧ ਸਾਂਭਿਆ ਹੋਇਆ। ਗਲਾ ਬਾਂਧ ਦੋਹੇ ਲੈ ਅਹੀਰ। ਗਵਾਲਾ ਆਇਆ, ਉਹਨੇ ਵੱਛੇ ਦਾ ਵੀ ਗਲਾ ਬੰਨਿਆ ਤੇ ਮਾਂ ਦਾ ਵੀ ਗਲਾ ਬੰਨ ਕੇ ਰੱਸਾ ਪਾ ਕੇ ਤੇ ਸਾਰਾ ਦੋ ਲਿਆ, ਚੋ ਲਿਆ ਦੁੱਧ, ਚੋ ਕੇ ਕੋਈ ਹੋਰ ਲੈ ਗਿਆ। ਸੂਮੇ ਧਨ ਰਾਖਣ ਕੋ ਦੀਆ, ਮੁਗਦ ਕਹਿ ਧਨ ਮੇਰਾ। ਤੂੰ ਤੇ ਸਾਰੇ ਕੁਝ ਆਪਣੇ ਰਸਾਂ ਵਾਸਤੇ ਇਕੱਠੇ ਕਰੀ ਜਾ ਰਿਹਾ, ਅਸਲ ਵਿੱਚ ਤੇਰਾ ਕੁਝ ਵੀ ਨਹੀਂ ਹੈ। ਨਿਕਲੇ ਰਸਾਂ ਚੋਂ। ਲੋੜ ਜ਼ਰੂਰ ਹੈ, ਵਾਹਿਗੁਰੂ ਹਰ ਮਨੁੱਖ ਦੀ ਜ਼ਰੂਰਤ ਪੂਰੀ ਕਰੇ, ਪਰ ਮਕਸਦ ਨਹੀਂ ਹੈ ਸਾਧ ਸੰਗਤ, ਟਾਰਗੇਟ ਨਹੀਂ ਹੈ। ਟਾਰਗੇਟ ਕੀ ਹੈ? ਜਿਹੜਾ ਦਸ਼ਮੇਸ਼ ਜੀ ਨੇ ਦਿੱਤਾ ਸੀ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ।
खालसे का फर्ज दुनिया तो वखरा सी, क्योंकि खालसा अकाल पुरख की फौज है, नुमाइंदगी कर रहा करता पुरख वाहिगुरू जी की। संसार वाले राह ते खालसा तुरदा नहीं, शोभा दिंदा जी, ठगे जावांगे। माया कारण श्रम अत करे, उद्यम ते करदा है, पर कादे लई करदा है जी? सवेरे ते जागदा है, दौड़दा है, पर कादे लई? माया कारण धावई मूर्ख लोक अजान, धाए धाए कृपण श्रम कीनो, इकत्तर करी है माया, छोड़ जाए तिसका श्रम करे, छड्ड के तुर पिया ते उद्यमशील रहा, सारी जिंदगी भज्जा रहा। संग सहाई तिस पर हरै, जिहड़ा वसन वाला सी ओनू समझे ही नहीं कोल, ओनू परे समझिया, दूर समझिया भी रब असमान ते रहिंदा है, दौड़िया किसी होर कारज लई रहा। ते फिर साहिब कहंदे पंचम पातशाह भी तेरे च ते गधे च की फर्क है, चंदन लेप उतारै धोए, गर्दब प्रीत पसम संग होए, फिर की फर्क है जी? माया कारण श्रम अत करे, सो माया लै गाढ़ै धरिया, बड़ी इकट्ठी कर लेंदा। अज बैंक है, उस वेले धरती च दब लेंदे सी, धरती विच दब लई, जां फिर धरती खरीद लई ना, अज कहंदे भी आ भी खरीद ला, आ भी खरीद ला। अत संचै समझै नहीं मूड़, धन धरती तन होए गयो धूड़, धन धरती च दबा रह गया, जां मिट्टी दा मिट्टी हो गया, ते ये शरीर एक दिन मिट्टी हो जाना। की इकट्ठा कीता तू? वो धन, धन बाबा जोरावर सिंह जी, धन बाबा फतेह सिंह जी, धन मां गुजरी जी, धन बाबा अजीत सिंह जी, धन बाबा जुझार सिंह जी, हर के नाम के व्यापारी। जन्म रतन जिनी खटिया, असी की खट रहे हैं जी? की होया? बड़ा प्यारा बचन किया, कहंदे अत संचै समझै नहीं मूड़, धन धरती तन ते तन होए गयो धूड़, ये शरीर भी मिट्टी हो जाना। कबीर गर्भ ना कीजे उच्चा देख आवास, ये महल माड़ियां वेख के हंकार ना कर, आज काल भोए लेटना ऊपर जामै कास, ये तन मिट्टी हो गया। की कमाया जी उन्होंने? धर्म कमाया। तिन्हां दी कमाई दा ध्यान धर के बोलो जी, क्यों ना याद करिए, क्यों ना कमाई दा ध्यान धरिए? साडी सुरत वाहिगुरू नाल जुड़ जाती है। जन्म रतन जिनी खटिया, ते की कहा जी साहब ने? भले सेवन जारे, भले सेवन जारे, भले करियो याद, भले सेवन जारे, भले सेवन जारे, जन्म रतन जिनी खटिया, जन्म रतन जिनी खटिया, भले सेवन जारे, भले सेवन जारे। आओ सिखिए साध संगत, आओ उन्हां दे पिछे पिछे तुरीए, असीं उन्हां दे पंध ते तुरना, उन्हां दे सफर ते तुरना। कौम दी हर संस्था किसी दी ईमानदारी ते शक ना करिए साध संगत। जिन्ना को कोई यतन कर रहा, उद्यम कर रहा, सारियां वास्ते दिल दे दरवाजे खोल दिए, सारियां वास्ते। कौम दियां वड्डियां संस्थावां, श्रोमणी गुरुद्वारा प्रबंधक कमेटी, दिल्ली गुरुद्वारा प्रबंधक कमेटी, कौम दे तखत साहबान, सानू अगवाई मिल रही है श्री अकाल तखत साहब तो। साध संगत जी, बहुत खतरनाक साडे सामने सिचुएशन बनाईयां जा रही हैं, तुसी सचेत होवो। आओ पंथ श्री अकाल तखत साहब की अगवाई च इकट्ठा होके एक काफला बना के वाकई वो बाबियां दे राह उत्ते तुरे जी। छड्डिए अपनी बुद्ध चतराई, अगवाई लईए धन श्री गुरु ग्रंथ साहब महाराज तो, छड्डिए धड़ियां की लड़ाई, आओ जुड़िए धन श्री गुरु ग्रंथ साहब महाराज जी के नाल।
ਭਲਾ ਵਪਾਰ ਕਰਕੇ ਜਾ ਸਕਾਂਗੇ। ਐਸਾ ਵਣਜ ਜਿਹਦੀ ਕਮਾਈ ਫਿਰ ਕਦੀ ਨਹੀਂ ਮੁੱਕਣੀ। ਸਾਧ ਸੰਗਤ ਜੀ, ਕਦੀ ਨਹੀਂ ਮੁੱਕਣੀ। ਕੀ ਹੋਇਆ? ਕਹਿੰਦੇ ਧਨ ਧਰਤੀ ਤਨ ਹੋਏ ਗਏ ਧੂੜ। ਸਰੀਰ ਮਿੱਟੀ ਹੋ ਗਿਆ ਤੇ ਪੈਸਾ ਮਿੱਟੀ 'ਚ ਹੀ ਰਹਿ ਗਿਆ। ਪ੍ਰਸ਼ਾਦੇ 2 ਛਕੇ ਸੌਂ ਗਏ। ਇਹ ਨਿਸ਼ਾਨਾ ਨਾ ਬਣਾ। ਲੋੜਾਂ ਵਾਹਿਗੁਰੂ ਤੇਰੀਆਂ ਜ਼ਰੂਰ ਪੂਰੀਆਂ ਕਰਨ, ਉਦਮ ਕਰਨ, ਪਰ ਆਪਣੇ ਮਕਸਦ ਨੂੰ ਪਹਿਚਾਣ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਸੀ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ। ਹਮ ਇਹ ਕਾਜ ਜਗਤ ਮੋ ਆਏ। ਆ ਮਕਸਦ ਸੀ। ਧਰਮ ਹੇਤ ਗੁਰਦੇਵ ਪਠਾਏ। ਧਨ ਧਰਤੀ ਤਨ ਹੋਏ ਗਏ ਧੂੜ। ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ। ਅੱਗ ਲੱਗੀ ਹੋਈ ਹੈ ਜੀ, ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨੇ ਕੀਨੀ, ਮੁਕਤ ਪੰਥ ਜਾਣਿਓ ਤੈ ਨਾਹਿਨ। ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ। ਬਿਰਥਾ ਆਪ ਬੰਧਾਇਆ, ਨਾ ਹਰ ਭਜਿਓ ਨਾ ਗੁਰ ਜਨ ਸੇਵਿਓ। ਨਹਿ ਉਪਜਿਓ ਕਛ ਗਿਆਨਾ। ਗਿਆਨ ਵਾਲਾ ਰਾਹ ਕਿਉਂ ਛੱਡ ਦਿੱਤਾ? ਪਿੱਛੇ ਨਾ ਲੱਗ। ਗੁਰੂ ਨੇ ਰਸਤਾ ਬੜਾ ਹੀ ਉਜਲਾ ਦਿੱਤਾ। ਕਬੀਰਾ ਜਹਾਂ ਗਿਆਨ ਤਹ ਧਰਮ ਹੈ। ਆਓ ਸੁਜਲੇ ਸਰਲ ਸਿੱਧੇ ਸਪਸ਼ਟ ਸੱਚ ਦੇ ਰਾਹ ਦੇ ਪਾਂਦੀ ਬਣੀ ਹੈ ਜੀ। ਵਾਰੇ ਕਹਿੰਦੇ ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ, ਸਾਧ ਸੰਗਤ ਕਬਹੂ ਨਹੀਂ ਕਰੈ। ਇਧਰ ਨੂੰ ਮਨ ਹੀ ਨਹੀਂ ਮੰਨਦਾ ਜੀ, ਉਚਾਟ ਹੋ ਜਾਂਦਾ। ਕਈ ਵਾਰੀ ਤੇ ਗਜ ਗਜ ਲੰਮੀਆਂ ਵਾਸੀਆਂ ਲੈਂਦਾ ਹੁੰਦਾ ਨਾ ਜੀ। ਓਏ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਮਨ ਹੀ ਨਹੀਂ ਲੱਗ ਰਿਹਾ ਇੱਥੇ। ਆਓ ਜੀ ਇੱਕ ਟਰਾਇਲ ਸ਼ੁਰੂ ਕਰੀਏ, ਇੱਕ ਯਤਨ ਸ਼ੁਰੂ ਕਰੀਏ ਵੀ ਆ ਜਿਹੜਾ ਮਹੀਨਾ ਨਾ ਆਪਣੇ ਘਰ 'ਚ ਵੀ ਸੰਗਤ ਬਣਾਉਣੀ, ਆਪਣੇ ਬੱਚਿਆਂ ਨੂੰ ਗੱਲ ਨਾ ਲਾਉਣਾ। ਆਓ ਉਹਨਾਂ ਨੂੰ ਸਾਖ ਘਰੇ ਸੰਗਤ, ਆਓ ਮੀਆਂ ਬੀਬੀ ਬੱਚੇ ਪਰਿਵਾਰ ਜੁੜ ਕੇ ਬੈਠੋ। ਆਓ ਗੁਰੂ ਘਰ ਜਾ ਕੇ 10 ਮਿੰਟ ਭਾਵੇਂ ਲਾ ਕੇ ਆਓ। ਪ੍ਰਬੰਧਕ ਸਹਿਬਾਨ ਵੀ ਸੁਚੇਤ ਹੋਣ ਵੀ ਅਸੀਂ ਲੋਕਾਂ ਦੀ ਝੋਲੀ 'ਚ ਕੁਝ ਪਾ ਕੇ ਤੋਰਨਾ। ਇੱਕ ਮਾਹੌਲ ਸਿਰਜੀਏ ਸਾਧ ਸੰਗਤ ਜੀ। ਬੜੇ ਦੁੱਖ ਦੀ ਗੱਲ ਹੁੰਦੀ ਹੈ, ਗੁਜਰਾਤ ਡਰਾਈ ਏਰੀਆ ਹੋ ਗਿਆ। 2 ਅਕਤੂਬਰ ਠੇਕੇ ਬੰਦ ਹੋ ਗਏ। ਜਿੱਦਣ ਗੁਰੂ ਦੇ ਲਾਲਾਂ ਦਾ ਖੂਨ ਡੁੱਲਿਆ ਸੀ, ਪੰਜਾਬ ਦੀ ਧਰਤੀ ਦੇ ਉੱਤੇ ਇਹ ਦੁਕਾਨਾਂ ਜ਼ਹਿਰ ਦੀਆਂ ਖੁੱਲੀਆਂ ਹੁੰਦੀਆਂ ਉਸ ਦਿਨ। ਸਾਰੇ ਪੰਜਾਬ 'ਚੋਂ ਕਿਉਂ ਨਹੀਂ ਬੰਦ ਹੋ ਸਕਦੀਆਂ? ਇਹ ਹਿੰਦੁਸਤਾਨ ਕਿਉਂ ਕਿਰਤ ਘਣ ਹੋ ਗਿਆ ਜੀ? ਕਿਉਂ ਨਹੀਂ ਚੇਤੇ ਆਉਂਦਾ ਵੀ ਸਾਡੀ ਹੋਂਦ ਉਹ ਡੁੱਲੇ ਹੋਏ ਖੂਨ ਕਰਕੇ ਆ? ਅਮਰੀਕਾ ਵਰਗੀ ਧਰਤੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਇਕਲਟੀ ਡੇ ਐਲਾਨ ਦਿੰਦੀ ਹੈ ਜੀ। ਉਹਨਾਂ ਨੂੰ ਅਹਿਸਾਸ ਹੈ ਵੀ ਕੀ ਸਿੱਖਿਆ ਸੀ ਗੁਰੂ ਸਾਹਿਬ ਦੀ। ਕੈਨੇਡਾ ਦੀ ਧਰਤੀ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਹੈਰੀਟੇਜ ਮੰਥ, ਪੂਰਾ ਮਹੀਨਾ ਸਿੱਖ ਹੈਰੀਟੇਜ। ਸਾਨੂੰ ਕੀ ਹੋਇਆ? ਜਿਨ੍ਹਾਂ ਦੇ ਸਿਰਾਂ ਦੇ ਉੱਤੇ ਆ ਸੁੱਖ ਭੋਗਦੇ ਪਏ ਆ। ਸਲਤਨਤ, ਮੁਗਲ ਸਲਤਨਤ ਦਾ ਅੰਤ ਹੋਇਆ 1704 ਚ ਸ਼ਹੀਦੀ ਹੁੰਦੀ ਹੈ। 1710 ਵਿੱਚ ਮੁਗਲ ਸਲਤਨਤ ਦਾ ਅੰਤ ਕਰਕੇ ਖਾਲਸਾ ਰਾਜ ਦੀ ਸਥਾਪਨਾ ਹੁੰਦੀ ਹੈ। ਆ ਸਫ਼ਰ ਦੀ ਮੰਜ਼ਿਲ ਹੈ ਸਾਡੀ ਜੀ। ਸੁਚੇਤ ਹੋਵੋ, ਜਾਗੋ ਪੰਥ ਜੀ। ਪਰ ਕੀ ਕਰੀਏ ਜੀ? ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ, ਸਾਧ ਸੰਗਤ ਕਬਹੂ ਨਹੀਂ ਕਰੈ। ਇਹਨਾਂ ਗੱਲਾਂ ਦਾ ਕੀ ਜਵਾਬ ਦਿਆਂਗੇ? ਸਾਧ ਸੰਗਤ ਕਬਹੂ ਨਹੀਂ ਕਰੈ, ਕਹਿਤ ਨਾਮ ਦਿਓ ਤਾਂ ਚੀ ਆਣ। ਆਓ ਬਾਬਾ ਨਾਮਦੇਵ ਕਹਿੰਦੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਓ, ਟੇਕ ਤੱਕੋ, ਬਹੁਤ ਤਾਕਤ ਹੈ ਇੱਥੇ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਤੁਮਰੀ ਸ਼ਰਨ ਤੁਮਾਰੀ ਆਸਾ। आओ प्रतिज्ञा करिए, आओ कमिटमेंट करिए गुरु के सामने, जामन बना के गुरु नूं कि तुम्हें छाड़ कोई, गज के कहो, तुम्हें छाड़ कोई, जो बर चाहूं सो। जदों जड़ां पक्कियां होणगियां ना, बहुत मजबूत डूंघियां, उन्ना ही बूटे का विस्तार होएगा। जड़ियां जड़ां ही गमले च लगियां होईयां, बूटा कित्थों फलना? इन्ना क दायरा। जड़ा डूंघियां करिए।
बाबा नामदेव जी सद्दा दे रहे, कहत नाम दियो तांची आण, निरभै होए भजिया भगवान। निरभै होए, निरभौ जपै सगल भौ मिटै। साध संगत हकीकत यह है कि वक़्त दे हाकम साहब दे जिगर दे टुकड़ियां ते सतगुरु जी दे लालां दे चेहरियां ते उन्हां दियां अखां विच मौत दा सहम वेखना चाहते सी, पर मां गुजरी जी दी दित्ती हुई प्रेरणा किद्दां काम करदी है। आओ जाने से पहले गले लगा तो लूं, केसों में कंघी कर दूं। मेरी भैणो, ये ना भुल्ले सानू, ये ना सानू भुल्ले कि केसां च कंघी करदियां कहो असीं मां गुजरी जी वाला फर्ज निभा रही हां, असीं साहिबजादियां दी विरासत संभाल रही हां। तां मैं कहा कि 25 दसंबर विरासती दिन बन जाए साडा। साध संगत जी, साडे बच्चियां दा मुख रंग तमाशियां चों हट के साहिबजादियां वाले पासे हो जाए। केसों में कंघी कर दूं, मुंह दुला तो लूं, आओ प्यारे से सरों पे नन्नी सी कलगी सजा तो लूं। ते गलवकड़ी च लैके मां ने क्या एहसास वेख्यो, आओ मरने से पहले तुम्हें दुल्हा बना तो लूं। उन्हां अखां च सहम किद्दां आ सकदा जी? उन्हां अखां च मौत दा भै किवें आ सकदा है? जिन्हां ने सबक सिक्ख्या, सिर जावे तां जावे, मेरा सिੱਖੀ सिदक ना जावे। इत्थे सौदे पदार्थां ते सुखां दे नहीं, इत्थे ते सिरां दे बदले ऐसा सतगुर जे मिलै ते इसनूं सिर सौंपीए विचों आप जाए। वो जिहड़ी मैं है ना, वो मुक जे, सिर गुरु दे चरनां च रखीए, बुद्ध मत गुरु कोलों लै लईए जी। सो बाबा नामदेव जी सानू राह दस रहे है, कहत नाम दियो तांची आण, निरभै होए भजिया भगवान। आओ परमेश्वर जपीए जी, आओ वाहिगुरू जी दे नाल जुड़ीए, आओ जड़ा मजबूत करिए, आओ एक दे टेक विच जीवीए। साध संगत, गुरु साहब तुहाडे सारिआं उत्ते बख्शिश करन। ये इतिहास के जिहड़े दिन हुंदे आ ना जी, असल च सानू सुत्तिआं नूं जगाउण वास्ते हुंदे आ। वेखो, एक मैं बेनती करां समाप्ति करन तो पहलां, जदों शताब्दियां दिहाड़े लंघ जांदे आ फिर चर्चा छेड़दे आ जी सानू इदां मनाउणी चाहीदी सी, सानू इदां मनाउणी चाहीदी सी। ਉਹਦੇ ਤੋਂ ਪਹਿਲਾਂ ਚਰਚਾ ਕਰੀਏ, ਆਪਣੇ ਸੁਝਾਅ ਦਿਓ, ਆਪ ਉਦਮ ਕਰੋ, ਯਤਨਸ਼ੀਲ ਹੋਵੋ, ਕਿਸੇ ਵੱਲ ਵੇਖੀਏ ਨਾ, ਅਸੀਂ ਇਦਾਂ ਮਨਾਈਏ। ਆਓ ਬਾਅਦ ਵਿੱਚ ਚਰਚਾ ਕਰਕੇ ਇੱਕ ਦੂਜੇ ਨੂੰ ਕੋਸੀਏ ਨਾ, ਇਹ ਸੌਖਾ ਕੰਮ ਹੈ, ਇਹ ਸਰਲ ਤਰੀਕਾ ਇੱਕ ਦੂਜੇ ਨੂੰ ਕੋਸਣ ਦਾ। ਅਸੀਂ ਭਗੌੜੇ ਨਾ ਹੋਈਏ, ਅਸੀਂ ਭੱਜੀਏ ਨਾ ਆਪਣੇ ਫਰਜ਼ਾਂ ਤੋਂ, ਅਸੀਂ ਆਪਣੇ ਫਰਜ਼ ਨਿਭਾਈਏ ਤੇ ਆਓ ਰਲ ਕੇ ਬੈਠੀਏ, ਕਹੀਏ ਵੀ ਕਿੱਦਾਂ ਮਨਾਉਣੇ ਆ ਜੀ ਇਹ ਦਿਹਾੜੇ, ਆਪਣੀ ਕੌਮ ਨੂੰ ਜਗਾ ਕੇ, ਆਪਣੇ ਬੱਚਿਆਂ ਨੂੰ ਜੋੜ ਕੇ, ਟੁੱਟਿਆਂ ਹੋਇਆਂ ਨੂੰ ਗਲਵਕੜੀ ਚ ਲੈ ਕੇ। ਉਹ ਤੇ ਜੀ ਦਾਦੇ ਪੜਦਾਦਿਆਂ ਤੋਂ ਕੇਸ ਕਟਾ ਚੁੱਕਿਆ, ਨਹੀਂ ਆਓ ਚੱਲੀਏ ਉਹਨਾਂ ਦੇ ਘਰ ਵੀ ਇਕੱਠੇ ਹੋ ਕੇ ਕਹੀਏ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਹੋ, ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਹੋ, ਤੁਸੀਂ ਮਾਤਾ ਸਾਹਿਬ ਕੌਰ ਦੇ ਲਾਡਲੇ ਹੋ, ਤੇ ਅਸੀਂ ਸਾਰੇ ਏਕ ਪਿਤਾ ਏਕਸ ਕੇ ਹਮ ਮੁਬਾਰਕ ਹੈ। ਤੇ ਆਓ ਗੁਰੂ ਦਾ ਪਰਿਵਾਰ ਗੁਰੂ ਦੀ ਗੋਦ 'ਚ ਜੁੜ ਕੇ ਬੈਠੇ, ਆਓ ਵਿਗੜੀ ਸਵਾਰੀਏ ਜੀ, ਅਸੀਂ ਕੋਸੀਏ ਨਾ, ਕੱਲਾ ਕੋਸਣ ਨਾਲ ਕੁਝ ਨਹੀਂ ਹੋਣਾ। ਇਹ ਵਕਤ ਹੈ ਸੁਚੇਤ ਹੋਣ ਦਾ, ਆਪਣੇ ਬੱਚਿਆਂ ਨੂੰ ਜਗਾਉਣ ਦਾ। ਇਹ ਨਾ ਹੋਵੇ, ਪੰਜਾਬੀ ਟ੍ਰਿਬਿਊਨ ਨੇ ਸਰਵੇ ਕੀਤਾ ਸੀ 1704 ਦੀ ਜਦੋਂ ਸ਼ਤਾਬਦੀ ਮਨਾਈ 2004 'ਚ, ਤੇ ਚੰਡੀਗੜ੍ਹ ਦੇ 90% ਬੱਚਿਆਂ ਨੂੰ ਨਹੀਂ ਸੀ ਪਤਾ ਕਿ ਇਹ ਸ਼ਤਾਬਦੀ ਕਾਹਦੀ ਹੈ। ਫਤਿਹਗੜ੍ਹ ਸਾਹਿਬ ਤੋਂ 30-35 ਕਿਲੋਮੀਟਰ ਦੂਰ। ਇਹ ਅਸੀਂ ਦੋਸ਼ੀ, ਮੈਂ ਦੋਸ਼ੀ ਹਾਂ ਸਾਧ ਸੰਗਤ। ਕਦੀ ਉੱਥੇ ਮੇਲੇ ਵਰਗਾ ਰੁੱਖ ਹੁੰਦਾ ਸੀ, ਅੱਜ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵੱਡਾ ਬਦਲਾਅ ਆਇਆ ਹੈ। ਗੱਲ ਅੱਖਾਂ 'ਚੋਂ ਹੰਝੂ ਬਹਾ ਕੇ ਕਮਜ਼ੋਰ ਹੋਣ ਦੀ ਨਹੀਂ, ਇਸ ਪੱਥਰ ਵਰਗੇ ਦਿਲ ਨੂੰ ਅਹਿਸਾਸ ਕਰਾਉਣ ਦੀ ਹੈ। ਵਾਹਿਗੁਰੂ ਕਰੇ ਕਿਰਪਾ, ਕਾਏ ਰੇ ਮਨ ਵਿਖਿਆ ਬਣ ਜਾਏ, ਭੁੱਲੋ ਰੇ ਠੱਗ ਮੂਰੀ ਖਾਏ। ਅਸੀਂ ਠੱਗ ਮੂਰੀ ਖਾ ਕੇ ਠੱਗੇ ਨਾ ਜਾਈਏ, ਅਸੀਂ ਵਿਖਿਆ ਵਾਲੇ ਪਾਸਿਓਂ ਤੋੜ ਕੇ ਨਾ, ਸਾਨੂੰ ਅੰਮ੍ਰਿਤ ਦਾ ਪਿਆਲਾ ਲੈ ਕੇ ਸਤਿਗੁਰੂ ਉਡੀਕ ਰਹੇ ਨੇ, ਗਲ 'ਚ ਬਾਹਾਂ ਐ ਗਲਵਕੜੀ ਪਾ ਕੇ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਤੇ ਕਹਿੰਦੇ ਮੇਰੇ ਲਾਲ ਮੈਂ ਆਪਣੇ ਪੁੱਤਰ ਤੇਰੇ ਸਿਰ ਤੋਂ ਵਾਰਨੇ ਕਰ ਦਿੱਤੇ, ਕਿਉਂਕਿ ਮੇਰਾ ਖਾਲਸਾ ਪੰਥ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਬਾਗ ਲੈ ਲਹਾਂਦਾ ਰਹੇ। ਉਹਦੀਆਂ ਰਹਿਮਤਾਂ ਦਾ ਅਸੀਂ ਬਦਲਾ ਨਹੀਂ ਚੁਕਾ ਸਕਦੇ, ਪਰ ਸਿਮਰਨ ਜ਼ਰੂਰ ਕਰੀਏ, ਚੇਤੇ 'ਚੋਂ ਨਾ ਵਿਸਰ ਜਾਏ। ਸਾਧ ਸੰਗਤ,
सतगुरु तुहाडे सारिਆਂ उत्ते बख्शिश करन, अपनी रहमत दे नाल निवाजन। जो जो जिन्ने % भी उद्यमशील है ना, उन्होंने जी आया कहिए, कोसीए ना एक दूजे नूं, अंग संग सहाई होण। जरूर जिथे जिथे बैठे हो सुरत करके जुड़ियो। ये सारे समागमां च, सारे दिनां च, अपने घरां च भी बैठ के गुरु लाला नूं चेते करियो। सारियां दा फिर बहुत धन्नवाद। असीस दिओ, अरदास करियो, सतगुरु जी हंकार तो बचा के, विकारां तो बचा के, सिर ते हथ रख के सेवा लैण। असीसां देणियां जी। वाहिगुरू जी का खालसा, वाहिगुरू जी की फतेह।